प्यारे किसान वीरो प्रोग्राम मेरा पिंड मेरे खेत ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਨੂੰ ਖੇਤੀਬਾੜੀ ਸੰਬੰਧੀ ਤਕਨੀਕਾਂ ਦੀ ਜਾਣਕਾਰੀ ਦਿੰਦੇ ਰਹਿੰਦੇ ਹਾਂ। ਨਵੀਆਂ ਤਕਨੀਕਾਂ ਸੰਬੰਧੀ ਜਾਣਕਾਰੀ ਲੈ ਕੇ ਪ੍ਰੋਗਰਾਮ ਸਾਡਾ ਹਰ ਵਾਰ ਤੁਹਾਡੀ ਸੇਵਾ ਦੇ ਵਿੱਚ ਅਸੀਂ ਹਾਜ਼ਰ ਹੁੰਦੇ ਹਾਂ। ਸੋ ਇਸ ਪ੍ਰੋਗਰਾਮ ਦੇ ਜ਼ਰੀਏ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ। ਜੋ ਵਿਸ਼ਾ ਅੱਜ ਅਸੀਂ ਚੁਣਿਆ ਹੈ ਉਹ ਹੈ ਝੋਨੇ ਦੀ ਫਸਲ ਦੇ ਵਿੱਚ ਲਘੂ ਤੱਤਾਂ ਦੀ ਪੂਰਤੀ। इस विषय पर जानकारी देने लिए अज मेरे नाल बैठे ने डॉक्टर दिलबाग सिंह जी, जिहड़े खेतीबाड़ी अफसर ने ब्लाक दुराहा दे विच अपनी सेवा निभा रहे हैं। जिला लुधियाना का खेतीबाड़ी ते किसान भलाई विभाग उहदे विच अपनी सेवा निभा रहे हैं। इन्हां तो आपां सारी जानकारी हासिल करनी है कि झोने दे विच छोटे तत्तां दी जां लघु तत्तां दी पूर्ति आपां किवें करनी है। सो डॉक्टर दिलबाग सिंह जी, तुहाडा स्वागत है साडे प्रोग्राम मेरा पिंड मेरे खेत दे विच। सब तो पहला आपां जी गल करिए फसलां सारियां दी। झोने दे नाल आपां सारियां फसलां बीजदे हां, कणक भी बीजदे हां, होर भी फसलां बीजदे हां। सब तो पहला साडे किसान वीरां नूं इह दसो कि किन्ने कुछ तत्तां दी लोड़ हुंदी है इस फसल नूं वधण फुੱਲਣ दे लई, जिहड़े सानूं ਜ਼ਮੀਨ ਦੇ ਵਿੱਚੋਂ ਮਿਲ ਜਾਂਦੇ ਆ ਜਾਂ ਕੁਝ ਆਪਾਂ ਆਪਣੇ ਕੋਲੋਂ ਉਪਲਬਧ ਕਰਾਉਂਦੇ ਆ ਫਸਲ ਨੂੰ। ਡਾਕਟਰ ਸਾਹਿਬ ਮੁੱਖ ਤੌਰ ਤੇ ਜਿਹੜੇ ਫਸਲਾਂ ਨੂੰ ਤੱਤ ਚਾਹੀਦੇ ਆ ਉਹ 17 ਤੱਤ ਚਾਹੀਦੇ ਆ। ਉਹਨਾਂ ਦੇ ਵਿੱਚੋਂ 3 ਤੱਤ ਆ ਜਿਹੜੇ ਵੱਡੀ ਮਾਤਰਾ ਚਾਹੀਦੇ ਆ, ਉਹਨਾਂ ਨੂੰ ਅਸੀਂ ਮੈਕਰੋ ਨਿਊਟ੍ਰੀਐਂਟ ਕਹਿ ਦਿੰਦੇ ਆ। ਇਸ ਤੋਂ ਇਲਾਵਾ 3 ਤੱਤ ਆ ਜਿਹੜੇ ਸਾਨੂੰ ਹਵਾ ਅਤੇ ਪਾਣੀ 'ਚੋਂ ਮਿਲ ਜਾਂਦੇ ਆ, ਆਕਸੀਜਨ, ਹਾਈਡਰੋਜਨ ਅਤੇ ਕਾਰਬਨ। ਇਸ ਤੋਂ ਇਲਾਵਾ ਜਿਹੜੇ ਬਾਕੀ ਤੱਤ ਆ ਉਹ ਛੋਟੇ ਤੱਤ ਅਖਵਾਉਂਦੇ ਹਨ ਅਤੇ ਬੜੀ ਹੀ ਥੋੜ੍ਹੀ ਮਾਤਰਾ ਵਿੱਚ ਬੂਟਿਆਂ ਨੂੰ ਚਾਹੀਦੇ ਆ, ਪਰ ਇਹਨਾਂ ਤੱਤਾਂ ਦੀ ਮਹੱਤਤਾ ਬਹੁਤ ਜ਼ਿਆਦਾ ਹੈ। ਬਹੁਤ ਸਾਰੇ ਤੱਤ ਆ ਜਿਨ੍ਹਾਂ ਦੀ ਪੂਰਤੀ ਸਾਨੂੰ ਜ਼ਮੀਨ ਦੇ ਵਿੱਚੋਂ ਵੀ ਹੋ ਜਾਂਦੀ ਹੈ ਅਤੇ ਕੁਝ ਸਾਨੂੰ ਖਾਦਾਂ ਆਪਣੇ ਕੋਲੋਂ ਪਾਉਣੀਆਂ ਪੈਂਦੀਆਂ ਜਿਨ੍ਹਾਂ ਨਾਲ ਫਸਲਾਂ ਦੀ ਪੂਰਤੀ ਹੈ ਜਿਹੜੀ ਤੱਤਾਂ ਦੀ ਹੁੰਦੀ ਹੈ, ਭਾਵੇਂ ਉਹ ਛੋਟੇ ਨੇ ਤੱਤ ਅਤੇ ਭਾਵੇਂ ਵੱਡੀ ਮਾਤਰਾ ਦੇ ਵਿੱਚ ਫਸਲਾਂ ਨੂੰ ਚਾਹੀਦੇ ਆ। ਅਤੇ ਕਿਹੜੇ ਤੱਤਾਂ ਦੀ ਘਾਟ ਜਿਹੜੀ ਝੋਨੇ ਦੀ ਫਸਲ ਦੇ ਵਿੱਚ ਮਹਿਸੂਸ ਹੁੰਦੀ ਹੈ? ਡਾਕਟਰ ਸਾਹਿਬ ਆਪਾਂ ਆਮ ਤੌਰ 'ਤੇ ਜਿਹੜੀ ਝੋਨੇ ਦੀ ਫਸਲ ਆ ਉਹਦੇ ਵਿੱਚ ਯੂਰੀਏ ਦੀ ਮਾਤਰਾ ਜ਼ਿਆਦਾ ਕਰਦੇ ਹਾਂ, ਪਰ ਜਿਹੜੇ ਛੋਟੇ ਤੱਤ ਆ ਉਹਨਾਂ ਦੇ ਪ੍ਰਤੀ ਅਸੀਂ ਅਣਗੌਲੇ ਹੋ ਜਾਂਦੇ ਹਾਂ ਜੀ। ਪਰੰਤੂ ਜਿਸ ਤਰ੍ਹਾਂ ਹੁਣ ਝੋਨੇ ਦੀ ਫਸਲ ਦੀ ਬਿਜਾਈ ਕੀਤੀ ਜਾ ਰਹੀ ਆ, ਜਿਵੇਂ ਅਸੀਂ ਜ਼ਮੀਨ ਦੀ ਬਣਤਰ ਨਹੀਂ ਦੇਖਦੇ, ਕਈ ਰੇਤਲੀਆਂ ਜ਼ਮੀਨਾਂ ਵਿੱਚ ਵੀ ਅਸੀਂ ਝੋਨਾ ਲਗਾ ਦਿੰਦੇ ਹਾਂ, ਜਾਂ ਅਸੀਂ ਦਰਮਿਆਨੀਆਂ ਜ਼ਮੀਨਾਂ ਵਿੱਚ ਝੋਨਾ ਲਗਾ ਕੇ ਵਾਰ-ਵਾਰ ਲਾਉਂਦੇ ਹਾਂ ਅਤੇ ਕਣਕ 'ਤੇ ਜਿਹੜਾ ਝੋਨਾ ਉਹਦਾ ਅਸੀਂ ਫਸਲੀ ਚੱਕਰ ਅਪਣਾਇਆ ਹੋਇਆ ਹੈ। ਇਹਦੇ ਕਰਕੇ ਬਹੁਤ ਸਾਰੇ ਛੋਟੇ ਤੱਤਾਂ ਦੀ ਘਾਟ ਵੀ ਆਉਣੀ ਸ਼ੁਰੂ ਹੋ ਗਈ ਆ। ਇਹਨਾਂ ਵਿੱਚ ਜਿਹੜਾ ਮੁੱਖ ਤੱਤ ਦੀ ਘਾਟ ਆਉਂਦੀ ਆ ਉਹ ਜ਼ਿੰਕ ਹੈ। ਇਸ ਤੋਂ ਇਲਾਵਾ ਆਇਰਨ ਦਾ ਤੱਤ ਹੈ ਜਿਹਦੀ ਘਾਟ ਆਉਂਦੀ ਆ। ਜਿਹੜਾ ਆਇਰਨ ਦੀ ਘਾਟ ਆ ਉਹ ਜ਼ਿਆਦਾਤਰ ਜਿਹੜੀਆਂ ਰੇਤਲੀਆਂ ਜ਼ਮੀਨਾਂ ਵਿੱਚ ਅਸੀਂ ਜਿਵੇਂ ਸਿੱਧੀ ਬਿਜਾਈ ਕਰ ਲਈ, ਉੱਥੇ ਅਸੀਂ ਕੱਦੂ ਨਹੀਂ ਕੀਤਾ ਹੁੰਦਾ ਅਤੇ ਪਾਣੀ ਜਿਹੜਾ ਬਹੁਤ ਘੱਟ ਮਾਤਰਾ ਵਿੱਚ ਹੁੰਦਾ। ਜਦੋਂ ਥੋੜ੍ਹਾ ਪਾਣੀ ਸੁੱਕਦਾ ਅਤੇ ਜਿਹੜੀ ਬੂਟਿਆਂ ਵਿੱਚ ਆ ਉਹ ਆਇਰਨ ਦੀ ਘਾਟ ਦਿਸਣੀ ਸ਼ੁਰੂ ਹੋ ਜਾਂਦੀ ਆ, ਅਤੇ ਇਹਦੇ ਵਾਸਤੇ ਸਾਨੂੰ ਜਿਹੜਾ ਇਲਾਜ ਆ ਜ਼ਰੂਰ ਕਰਨਾ ਚਾਹੀਦਾ। ਜੇ ਤੱਤਾਂ ਦੀ ਘਾਟ ਆਉਂਦੀ ਆ ਤਾਂ ਆਪਾਂ ਪੂਰਤੀ ਉਹਦੀ ਕਰਨੀ ਆ। ਸੋ ਡਾਕਟਰ ਸਾਹਿਬ ਹੋਣਾ ਤੋਂ ਇਹੀ ਜਾਣਕਾਰੀ ਲੈਂਦੇ ਹਾਂ। ਡਾਕਟਰ ਸਾਹਿਬ, ਕਿਸੇ ਜ਼ਮੀਨ ਦੇ ਵਿੱਚ ਮੰਨ ਲਓ ਲੋਹੇ ਦੀ ਘਾਟ ਆ ਗਈ ਤਾਂ ਆਪਾਂ ਫਿਰ ਲੋਹੇ ਦੀ ਘਾਟ ਨੂੰ ਕਿਵੇਂ ਪੂਰਾ ਕਰਨਾ? ਸਭ ਤੋਂ ਪਹਿਲਾਂ ਤਾਂ ਇਹ ਆ ਵੀ ਆਪਾਂ ਨੂੰ ਪਹਿਚਾਣ ਹੋਣੀ ਚਾਹੀਦੀ ਹੈ ਵੀ ਇਹ ਘਾਟ ਆ ਜਾਂ ਕੋਈ ਹੋਰ ਕਾਰਨ ਆ। ਬਿਲਕੁਲ। ਜਦੋਂ ਅਸੀਂ ਦੇਖਦੇ ਹਾਂ ਕਿ ਲੋਹੇ ਦੀ ਘਾਟ ਆ ਗਈ, ਉਹਦੇ ਵਿੱਚ ਜਿਹੜਾ ਬੂਟਾ ਹੈਗਾ ਉਹਦੇ ਵਿੱਚ ਉੱਪਰਲੇ ਪੱਤੇ ਆ ਜਿਹੜੇ ਉਹ ਪੀਲੇ ਹੋਣ ਲੱਗ ਜਾਂਦੇ ਆ ਅਤੇ ਸਾਨੂੰ ਇਹ ਦਿਖਾਈ ਦਿੰਦਾ ਜਿਵੇਂ ਇਹਨਾਂ ਦਾ ਰੰਗ ਚਿੱਟਾ ਹੋ ਰਿਹਾ ਹੋਵੇ, ਅਤੇ ਉਹ ਸਾਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਵੀ ਵਿਚਾਲਿਓਂ ਬੂਟਾ ਉਹ ਜਿਹੜਾ ਚਿੱਟਾ ਦਿਖਾਈ ਦੇਣ ਲੱਗ ਜਾਂਦਾ ਅਤੇ ਹੌਲੀ ਉਹ ਜਿਹੜਾ ਬੂਟਾ ਸੁੱਕਣਾ ਸ਼ੁਰੂ ਹੋ ਜਾਂਦਾ। ਖੇਤ ਦੇ ਮੁਆਇਨੇ ਤੋਂ ਬਾਅਦ ਹੀ ਕੋਈ ਨਿਰਣਾ ਲਿਆ ਜਾ ਸਕਦਾ ਕਿ ਅਸੀਂ ਇਹਨਾਂ ਤੱਤਾਂ ਦੀ ਪੂਰਤੀ ਕਰਨੀ ਆ ਜਾਂ ਕੋਈ ਲੋੜ ਨਹੀਂ ਆ। ਸੋ ਡਾਕਟਰ ਸਾਹਿਬ, ਫਿਰ ਜੀ ਇਸ ਤਰ੍ਹਾਂ ਦੇ ਪੱਤੇ ਕਿੰਨੇ ਕੁ ਖੇਤ ਦੇ ਵਿੱਚ ਹੋਣ ਬੂਟੇ ਇੱਦਾਂ ਦੇ ਤਾਂ ਅਸੀਂ ਉਹਦੀ ਪੂਰਤੀ ਵੱਲ ਨੂੰ ਜਾਣਾ ਆ, ਨਹੀਂ ਤਾਂ ਕੋਈ ਲੋੜ ਨਹੀਂ ਆ? ਡਾਕਟਰ ਸਾਹਿਬ, ਜਿਹੜੇ ਛੋਟੇ ਤੱਤਾਂ ਦੀ ਘਾਟ ਆ ਇਹ ਤਕਰੀਬਨ ਪਹਿਲਾਂ ਇਹ ਪੈਚਿਸ ਵਿੱਚ ਆਉਂਦੀ ਹੈ ਜੀ, ਅਤੇ ਉਸ ਤੋਂ ਹੌਲੀ ਇਹ ਵਧਣੀ ਸ਼ੁਰੂ ਹੋ ਜਾਂਦੀ ਹੈ ਜੀ। ਜੇ ਅਸੀਂ ਉਹਦਾ ਮੌਕੇ 'ਤੇ ਇਲਾਜ ਕਰ ਲਾਂਗੇ ਫਿਰ ਜਿਹੜੀ ਸਾਡੀ ਸਾਰੀ ਫਸਲ ਆ, ਕਿਉਂਕਿ ਜਿਹੜੇ ਸਿੰਪਟਮ ਆ ਉਹਦੇ ਲੱਛਣ ਆ ਉਹ ਸਾਨੂੰ ਬਾਅਦ 'ਚ ਦਿਖਾਈ ਆਉਂਦੇ ਆ, ਬੂਟੇ 'ਤੇ ਅਸਰ ਉਹ ਚੀਜ਼ ਦਾ ਪਹਿਲਾਂ ਹੋ ਚੁੱਕਾ ਹੁੰਦਾ। ਜੇ ਸਾਡੇ ਕੁਝ ਬੂਟਿਆਂ 'ਤੇ ਆ ਗਿਆ ਤਾਂ ਸਾਨੂੰ ਸਾਰੇ 'ਤੇ ਛਿੜਕ ਲੈਣੀ ਚਾਹੀਦੀ ਹੈ ਤਾਂ ਕਿ ਜਿਹੜੇ ਦੂਜੇ ਫਸਲ ਦੇ ਬਾਕੀ ਹਿੱਸਾ ਉਹਦਾ ਵੀ ਬਚਾਅ ਹੋ ਸਕੇ। ਸੋ ਦੇਖੋ ਜੀ, ਪੈਚਸ ਦੇ ਵਿੱਚ ਜਾਣੀ ਧੌੜੀਆਂ ਦੇ ਵਿੱਚ ਸਾਨੂੰ ਇਹ ਨਜ਼ਰ ਆਉਂਦੀ ਹੈ ਘਾਟ। ਫਿਰ ਉਸ ਤੋਂ ਬਾਅਦ ਅਸੀਂ ਇਹਦੀ ਪੂਰਤੀ ਵੱਲ ਨੂੰ ਤੁਰਨਾ ਆ। ਜੇ ਸਾਨੂੰ ਕਿਤੇ ਨਜ਼ਰ ਵੀ ਆਉਂਦੀ ਆ ਤਾਂ ਵੈਸੇ ਤਾਂ ਜੇ ਬਹੁਤ ਥੋੜ੍ਹੀ ਆ ਸਾਨੂੰ ਲੋੜ ਨਹੀਂ ਆ, ਕਿਉਂਕਿ ਮੀਂਹ ਪੈਣ ਲੱਗ ਜਾਂਦੇ ਆ ਜਦੋਂ ਉਹਦੇ ਵਿੱਚ ਤੱਤਾਂ ਦੀ ਪੂਰਤੀ ਵੀ ਹੋ ਜਾਂਦੀ ਹੈ। ਸੋ ਸਾਨੂੰ ਲੋੜ ਨਹੀਂ ਆ ਇੰਨਾ ਬਹੁਤਾ ਐਫਰਟ ਲੈਣ ਦੀ। ਹਾਂ, ਜੇਕਰ ਖੇਤ ਦੇ ਵਿੱਚ ਜ਼ਿਆਦਾ ਆ ਤਾਂ ਸਾਨੂੰ ਇਹਦੇ ਵੱਲ ਨੂੰ ਤੁਰਨਾ ਪੈਣਾ ਆ। ਆਪਾਂ ਡਾਕਟਰ ਸਾਹਿਬ ਤੋਂ ਪੁੱਛਦੇ ਹਾਂ ਵੀ ਕਿੱਦਾਂ ਫਿਰ ਇਲਾਜ ਇਹਦਾ ਕਰਨਾ ਹੈ। ਡਾਕਟਰ ਸਾਹਿਬ, ਜੇ ਆਇਰਨ ਦੀ ਘਾਟ, ਲੋਹੇ ਦੀ ਘਾਟ ਆ ਵੀ ਜਾਂਦੀ ਆ ਤਾਂ ਕੀ ਚੀਜ਼ ਆ ਜਿਹਨੂੰ ਅਸੀਂ ਖੇਤ ਦੇ ਵਿੱਚ ਪਾਉਣਾ ਆ?
ਕਿਸਾਨ ਵੀਰੋ, ਜਦੋਂ ਸਾਨੂੰ ਇਹ ਪੱਕਾ ਪਤਾ ਲੱਗ ਜਾਂਦਾ ਵੀ ਸਾਡੇ ਜਿਹੜੇ ਖੇਤ ਆ ਉਹਦੇ ਵਿੱਚ ਆਇਰਨ ਦੀ ਘਾਟ ਆ, ਲੋਹੇ ਦੀ ਘਾਟ ਇਹਨੂੰ ਆਪਾਂ ਕਹਿ ਦਿੰਦੇ ਆ, ਇਹ ਸਭ ਤੋਂ ਪਹਿਲਾਂ ਤਾਂ ਇਹ ਦਿਮਾਗ 'ਚ ਰੱਖਣਾ ਵੀ ਜਿਹੜੀਆਂ ਰੇਤਲੀਆਂ ਜ਼ਮੀਨਾਂ ਜ਼ਿਆਦਾਤਰ ਇਹ ਉਹਨਾਂ 'ਚ ਹੀ ਆਉਂਦੀ ਹੈ। ਜੇ ਸਾਡਾ ਕੋਈ ਖੇਤ ਭਾਰੀ ਜ਼ਮੀਨ ਆ ਉਹਦੇ ਵਿੱਚ ਅਸੀਂ ਧਿਆਨ ਰੱਖਣਾ ਵੀ ਉਹਨੂੰ ਕਨਫਰਮ ਕਰ ਲਈਏ ਕਿ ਕੋਈ ਹੋਰ ਕਾਰਨ ਤਾਂ ਨਹੀਂ। ਜੇ ਸਾਨੂੰ ਕਨਫਰਮ ਹੋ ਜਾਂਦਾ, ਪੱਕਾ ਪਤਾ ਲੱਗ ਜਾਂਦਾ ਵੀ ਆਇਰਨ ਦੀ ਘਾਟ ਹੈਗੀ ਆ, ਫਿਰ ਜ਼ਿਆਦਾਤਰ ਕਿਸਾਨ ਕੀ ਕਰਦੇ ਆ, ਉਹ ਕਿਸੇ ਦੁਕਾਨਦਾਰ ਕੋਲ ਜਾ ਕੇ ਉਹਦਾ ਇਲਾਜ ਪੁੱਛਣ ਲੱਗ ਜਾਂਦੇ ਆ, ਬਜਾਏ ਕਿ ਖੇਤੀਬਾੜੀ ਵਿਭਾਗ ਜਾਂ PAU ਵੱਲ ਜਾਣ ਦੀ ਜਾਂ ਕੋਈ ਹੋਰ ਤਕਨੀਕੀ ਜਾਣਕਾਰੀ ਲੈਣ ਦੀ ਬਜਾਏ ਉਹ ਸਿੱਧੇ ਦੁਕਾਨ 'ਤੇ ਚਲ ਜਾਂਦੇ ਆ। ਅਤੇ ਕਈ ਵਾਰ ਦੁਕਾਨਦਾਰ ਉਹਨਾਂ ਨੂੰ ਅਜਿਹੇ ਤੱਤ ਹੋਰ ਵੀ ਨਾਲ ਦੇ ਦਿੰਦੇ ਆ ਜਿਨ੍ਹਾਂ ਨਾਲ ਉਹਨਾਂ ਦਾ ਨੁਕਸਾਨ ਹੁੰਦਾ। ਇਸ ਵਾਸਤੇ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਜੇ ਲੋਹੇ ਦੀ ਘਾਟ ਆ, ਸਿਰਫ ਅਤੇ ਸਿਰਫ ਆਪਾਂ ਫੈਰਸ ਸਲਫੇਟ ਹੀ ਪਾਉਣਾ, ਅਤੇ ਜਿਹੜਾ ਪਾਉਣਾ ਉਹ ਵੀ ਅਸੀਂ ਛਿੜਕਾਅ ਕਰਨਾ। ਜੇ ਅਸੀਂ ਮਿੱਟੀ ਵਿੱਚ ਮਿਲਾ ਦਿੰਦੇ ਹਾਂ ਫੈਰਸ ਸਲਫੇਟ, ਉਹਦਾ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਜਿਹੜਾ ਫੈਰਸ ਆ ਇਹ ਫੈਰਕ ਫਾਰਮ ਵਿੱਚ ਆ ਜਾਂਦਾ ਅਤੇ ਬੂਟਾ ਉਹਨੂੰ ਲੈ ਹੀ ਨਹੀਂ ਸਕਦਾ। ਇਹਦੇ ਵਾਸਤੇ ਜਿਹੜਾ ਹੈਗਾ ਉਹ ਸਾਨੂੰ ਜਿਹੜਾ 1 ਕਿਲੋ ਫੈਰਸ ਸਲਫੇਟ 100 ਲੀਟਰ ਪਾਣੀ ਵਿੱਚ ਘੋਲ ਕੇ, ਜਾਣੀ 1% ਦਾ ਜਿਹੜਾ ਘੋਲ ਬਣਾ ਕੇ ਉਹ ਸਾਨੂੰ ਸਪਰੇਅ ਪੰਪ ਨਾਲ ਜਿਹੜਾ ਉਹ ਛਿੜਕਾਅ ਕਰ ਦੇਣਾ ਚਾਹੀਦਾ। ਇਸ ਨਾਲ ਜਿਹੜੀ ਆਇਰਨ ਦੀ ਘਾਟ ਆ ਉਹ ਪੂਰੀ ਹੋ ਜਾਂਦੀ ਹੈ। ਜੇ ਸਾਨੂੰ ਲੱਗਦਾ ਵੀ ਅਜੇ ਪੂਰੀ ਨਹੀਂ ਹੋਈ, ਫਿਰ ਅਸੀਂ ਹਫ਼ਤੇ ਦੇ ਵਕਫੇ 'ਤੇ ਹੋਰ ਉਹਦੀ ਸਪਰੇਅ ਕਰ ਸਕਦੇ ਹਾਂ। ਕਈ ਵਾਰੀ ਸਾਨੂੰ ਬਾਜ਼ਾਰ ਦੇ ਵਿੱਚ ਇਹ ਵੀ ਕਹਿੰਦੇ ਆ, ਦੇਖੋ ਜੀ ਇਹਦੇ ਵਿੱਚ ਜ਼ਿੰਕ ਵੀ ਹੈ, ਇਹਦੇ ਵਿੱਚ ਲੋਹਾ ਵੀ, ਇਹਦੇ ਵਿੱਚ ਸਲਫਰ ਵੀ ਆ, ਇਹਦੀ ਘਾਟਾਂ ਪੂਰੀਆਂ ਹੋਣਗੀਆਂ, ਤੁਸੀਂ ਇਹਨੂੰ ਪਾ ਦਿਓ। ਕਿਸੇ ਚੀਜ਼ ਦੀ ਲੋੜ ਨਹੀਂ ਆ। ਝੋਨੇ ਦੇ ਵਿੱਚ ਸਿਰਫ ਯੂਰੀਆ ਅਤੇ ਛੋਟੇ ਤੱਤਾਂ ਦੀ ਪੂਰਤੀ ਜੇ ਘਾਟ ਹੈਗੀ ਆ ਤਾਂ ਇਹ ਦੋਨਾਂ ਤੱਤਾਂ ਦੀ ਘਾਟ ਹੀ ਮਹਿਸੂਸ ਕਿਤੇ ਕਿਤੇ ਹੁੰਦੀ ਆ। ਸੋ ਇਹਨਾਂ ਦੇ ਨਾਲ ਹੀ ਅਸੀਂ ਝੋਨੇ ਦਾ ਝਾੜ ਬਹੁਤ ਵਧੀਆ ਲੈ ਸਕਦੇ ਹਾਂ, ਅਤੇ ਬਾਕੀ ਕੁਝ ਵੀ ਨਹੀਂ ਅਸੀਂ ਪਾਉਣਾ। ਸੋ ਡਾਕਟਰ ਸਾਹਿਬ, ਆਪਾਂ ਅਗਲੇ ਤੱਤ ਵੱਲ ਨੂੰ ਥੋੜ੍ਹਾ ਜਿਹਾ ਚੱਲੀਏ ਕਿ ਝੋਨੇ ਦੇ ਵਿੱਚ ਇੱਕ ਹੋਰ ਘਾਟ ਵੀ ਆਉਂਦੀ ਆ ਫੈਰਸ ਤੋਂ ਇਲਾਵਾ, ਉਹ ਕਿਹੜੀ ਹੈ ਅਤੇ ਉਹਦੀਆਂ ਨਿਸ਼ਾਨੀਆਂ ਕੀ ਨਜ਼ਰ ਆਉਂਦੀਆਂ ਨੇ? ਡਾਕਟਰ ਸਾਹਿਬ, ਫੈਰਸ ਤੋਂ ਇਲਾਵਾ ਜਿਹੜੀ ਸਾਡੀਆਂ ਹਲਕੀਆਂ ਜ਼ਮੀਨਾਂ ਉਹਨਾਂ ਵਿੱਚ ਜ਼ਿੰਕ ਦੀ ਘਾਟ ਆ ਜਾਂਦੀ ਹੈ। ਕਈ ਵਾਰ ਇਹ ਦਰਮਿਆਨੀਆਂ ਜ਼ਮੀਨਾਂ ਵਿੱਚ ਵੀ ਅਸੀਂ ਦੇਖਣ ਨੂੰ ਪਾਈ ਆ, ਕਿਉਂਕਿ ਕੁਛ ਅਸੀਂ ਜਿਹੜੀ ਪੂਸਾ 44 ਵੈਰਾਈਟੀ ਆ ਲੰਬੇ ਸਮੇਂ ਤੋਂ ਬੀਜ ਰਹੇ ਹਾਂ, ਅਤੇ ਇਹ ਜਿਹੜੇ ਹੈਗੇ ਆ ਛੋਟੇ ਤੱਤ ਵੀ ਕਾਫੀ ਮਾਤਰਾ 'ਚ ਲੈ ਲੈਂਦੇ ਆ, ਅਤੇ ਇਹਦੇ ਨਾਲ ਸਾਡੇ ਖੇਤਾਂ ਵਿੱਚ ਦੇਖਿਆ ਗਿਆ ਕਿ ਜ਼ਿੰਕ ਦੀ ਘਾਟ ਵੀ ਆਉਣੀ ਸ਼ੁਰੂ ਹੋ ਗਈ ਹੈ। ਉਹ ਜਿਹੜੀ ਜ਼ਿੰਕ ਦੀ ਘਾਟ ਆ ਉਹਦੇ ਸਾਨੂੰ ਵੀ ਇਸੇ ਤਰ੍ਹਾਂ ਖੇਤ ਨੂੰ ਦੇਖ ਕੇ ਉਹਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਜ਼ਿੰਕ ਦੀ ਘਾਟ ਆ। ਇਹਦੇ ਵਿੱਚ ਜਿਹੜੇ ਬੂਟੇ ਆ ਉਹ ਵਧਣਾ ਫੁੱਲਣਾ ਘਟ ਜਾਂਦਾ, ਅਤੇ ਜਿਹੜੇ ਬੂਟੇ ਆ ਉਹ ਛੋਟੇ ਰਹਿ ਜਾਂਦੇ ਆ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵੀ ਝਾੜੀਆਂ ਜਿਹੀਆਂ ਬਣ ਜਾਂਦੀਆਂ। ਅਤੇ ਇਸ ਤੋਂ ਇਲਾਵਾ ਜਿਹੜੇ ਬੂਟੇ ਦੇ ਪੱਤੇ ਆ ਉਹ ਇਸ ਤਰ੍ਹਾਂ ਹੋ ਜਾਂਦੇ ਆ ਜਿਵੇਂ ਉਹਨਾਂ 'ਤੇ ਜੰਗਾਲ ਲੱਗਿਆ ਹੁੰਦਾ, ਧੱਬੇ ਪੈ ਜਾਂਦੇ, ਅਤੇ ਹੌਲੀ ਹੌਲੀ ਉਹ ਜਿਹੜੇ ਪੱਤੇ ਆ ਉਹ ਸੁੱਕਣੇ ਵੀ ਸ਼ੁਰੂ ਹੋ ਜਾਂਦੇ ਆ। ਜੇਕਰ ਅਸੀਂ ਇਹਦਾ ਸਮੇਂ 'ਤੇ ਸਹੀ ਇਲਾਜ ਨਹੀਂ ਕਰਦੇ ਤਾਂ ਜਿਹੜਾ ਸਾਡਾ ਝਾੜ ਆ ਉਹਦੇ 'ਤੇ ਬੜਾ ਵੱਡਾ ਫਰਕ ਪੈਂਦਾ ਹੈ। ਬੜੀ ਵਧੀਆ ਨਿਸ਼ਾਨੀਆਂ ਡਾਕਟਰ ਸਾਹਿਬ ਨੇ ਦੱਸੀਆਂ ਕਿ ਪੱਤੇ ਜੰਗਾਲੇ ਜਿਹੇ ਹੋ ਜਾਂਦੇ ਆ, ਧੱਬੇ ਜਿਹੇ ਪੈ ਜਾਂਦੇ ਆ, ਜਾਂ ਬੂਟਾ ਝਾੜੀ ਵਰਗਾ ਲੱਗਦਾ। ਖੇਤ ਦੇ ਵਿੱਚ ਅੱਜ ਹੀ ਅਸੀਂ ਮੁਆਇਨਾ ਕਰਨਾ ਜਾ ਕੇ ਆਪਣੇ ਖੇਤਾਂ ਦੇ ਵਿੱਚ ਕਿ ਇਹੋ ਜਿਹੇ ਬੂਟੇ ਤਾਂ ਨਹੀਂ, ਜੇ ਇਹੋ ਜਿਹੇ ਬੂਟੇ ਆ ਤਾਂ ਆਪਾਂ ਇਹਦੀ ਘਾਟ ਜ਼ਰੂਰ ਦੂਰ ਕਰਨੀ ਆ, ਨਹੀਂ ਤਾਂ ਸਾਡਾ ਨੁਕਸਾਨ ਜਿਹੜਾ ਝਾੜ ਦੇ ਵਿੱਚ ਹੋ ਸਕਦਾ ਆ। ਡਾਕਟਰ ਸਾਹਿਬ, ਇਸ ਤੋਂ ਬਾਅਦ ਫਿਰ ਜਦੋਂ ਖੇਤ ਦੇ ਵਿੱਚ ਸਾਨੂੰ ਇਹੋ ਜਿਹੇ ਬੂਟੇ ਨਜ਼ਰ ਆਉਣ ਤਾਂ ਫਿਰ ਕਿਸਾਨ ਕੀ ਕਰਨ? ਇਹਦੇ ਵਾਸਤੇ ਸਾਨੂੰ ਜਿਹੜਾ ਹੈਗਾ ਜ਼ਿੰਕ ਸਲਫੇਟ 2 ਤਰ੍ਹਾਂ ਦਾ ਆਉਂਦਾ ਹੈ। ਇੱਕ ਜ਼ਿੰਕ ਸਲਫੇਟ 21% ਆਉਂਦਾ, ਇੱਕ ਜ਼ਿੰਕ ਸਲਫੇਟ 33% ਆਉਂਦਾ। ਇਹਦੇ ਵਾਸਤੇ ਅਸੀਂ ਜਿਹੜਾ ਜ਼ਿੰਕ ਸਲਫੇਟ ਆ ਉਹਦਾ ਅਸੀਂ, ਜੇ ਤਾਂ ਸਾਨੂੰ ਪਤਾ ਲੱਗਦਾ ਵੀ ਇਹ ਪਿਛਲੇ ਸਾਲ ਵੀ ਆਈ ਸੀ, ਫਿਰ ਤਾਂ ਅਸੀਂ ਕੱਦੂ ਕਰਨ ਵੇਲੇ ਉਹਦੇ ਵਿੱਚ ਜੇ 21% ਦਾ ਜ਼ਿੰਕ ਲੈਣਾ ਤਾਂ ਉਹ ਅਸੀਂ 15 ਤੋਂ 25 ਕਿਲੋ ਦੇ ਦਰਮਿਆਨ ਸਥਿਤੀ ਦੇਖਣੀ ਆ ਵੀ ਸਾਡੀ ਜ਼ਮੀਨ ਕਿੰਨੀ ਕੁ ਹੌਲੀ ਆ ਅਤੇ ਕਿੰਨੀ ਕੁ ਇਹਨੂੰ ਲੋੜ ਆ। 15 ਤੋਂ ਲੈ ਕੇ 25 ਕਿਲੋ ਤੱਕ, ਜਾਣੀ ਜੇ ਅਸੀਂ 15 ਜਾਂ 20 ਕਿਲੋ ਲੈ ਲਈਏ, ਅਸੀਂ ਉਹਨੂੰ ਕੱਦੂ ਕਰਨ ਵੇਲੇ ਪਾ ਦਈਏ, ਛੱਟਾ ਦੇ ਦਈਏ। ਹਾਂਜੀ, ਅਤੇ ਜੇ ਅਸੀਂ 33% ਦਾ ਲੈਣਾ, ਤਕਰੀਬਨ ਉਹ ਜਿਹੜਾ 10 ਕਿਲੋ ਅਸੀਂ ਉਹਦਾ ਕੱਦੂ ਵੇਲੇ ਛੱਟਾ ਦੇ ਦਈਏ। ਜੇਕਰ ਸਾਨੂੰ ਪਹਿਲਾਂ ਕਦੇ ਘਾਟ ਨਹੀਂ ਆਈ ਅਤੇ ਐਤਕੀ ਲੱਗਦਾ ਵੀ ਸਾਨੂੰ ਪਹਿਲੀ ਵਾਰ ਇਹਦੇ ਵਿੱਚ ਘਾਟ ਆਈ ਆ, ਉਹਦੇ ਵਿੱਚ ਅਸੀਂ ਜਿਹੜਾ ਜ਼ਿੰਕ ਆ ਉਹਨੂੰ ਕਦੇ ਵੀ ਪਾ ਸਕਦੇ ਹਾਂ, ਉਹਦਾ ਛੱਟਾ ਦੇ ਸਕਦੇ ਹਾਂ। ਇਹ ਜ਼ਰੂਰੀ ਨਹੀਂ ਵੀ ਉਹਦਾ ਅਸੀਂ ਸਪਰੇਅ ਕਰਨਾ, ਉਹਦਾ ਅਸੀਂ ਛੱਟਾ ਦੇ ਕੇ ਅਤੇ ਉਹ ਜਿਹੜੀ ਫਸਲ ਆ ਉਹਨੂੰ ਅਸੀਂ ਠੀਕ ਕਰ ਸਕਦੇ ਹਾਂ। ਸੋ ਇਹ ਬਹੁਤ ਵਧੀਆ ਗੱਲ ਹੈ ਡਾਕਟਰ ਸਾਹਿਬ ਨੇ ਦੱਸੀ ਹੈ ਕਿ ਜ਼ਿੰਕ ਸਲਫੇਟ 21% ਆ, ਜਿਹੜਾ 21% ਦਾ ਹੀ ਅਸੀਂ ਜਿਹੜਾ ਛਿੱਟਾ ਦੇਣਾ। ਡਾਕਟਰ ਸਾਹਿਬ, ਆਪਾਂ ਇੱਥੇ ਥੋੜ੍ਹਾ ਜਿਹਾ ਕਿਸਾਨ ਵੀਰਾਂ ਨੂੰ ਨਾ ਅੱਜ ਕੱਲ੍ਹ ਡੀਲਰ ਵੀ ਜਿਹੜਾ ਉਹ ਲਿਆਉਣੋਂ ਮੈਨੂੰ ਲੱਗਦਾ ਉਹਨਾਂ ਨੂੰ ਵੀ ਹਿਚਕਚਾਹਟ ਜੀ ਆ, ਕਿਉਂਕਿ ਜਿਹੜਾ 21% ਸੀ ਉਹ ਜਿਹੜਾ ਸੀ ਨਾ ਗਿੱਲਾ ਸੀ, ਉਹ ਚੋਂਦਾ ਰਹਿੰਦਾ ਸੀ ਥੋੜ੍ਹਾ ਬਹੁਤਾ, ਅਤੇ ਹੁਣ ਉਹ ਜਿਹੜਾ 33% ਚਿੱਲੇਟਡ ਕਹਿੰਦੇ ਆ ਉਹ ਜ਼ਿੰਕ ਆ ਗਿਆ, ਉਹਦੀ ਮਾਤਰਾ ਆਪਾਂ ਘਟਾ ਦੇਣੀ, ਉਹ ਵੀ ਕੱਦੂ ਕਰਨ ਵੇਲੇ ਪਾ ਸਕਦੇ ਜਾਂ ਉਹਦੀ ਸਪਰੇਅ ਕਰਨੀ ਆ? ਥੋੜ੍ਹਾ ਇਹਦੇ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਦੱਸੋ। ਜਿਹੜਾ ਚਿਲੇਟਡ ਜ਼ਿੰਕ ਆ ਇਹਦੀ ਜਿਹੜੀ ਮਾਤਰਾ ਹੈਗੀ ਆ, ਪਰਸੈਂਟੇਜ ਹੈਗੀ ਆ, ਪ੍ਰਤੀਸ਼ਤ ਹੈਗਾ ਉਹ ਜ਼ਿਆਦਾ ਹੈਗੀ ਆ। ਇਹਨੂੰ ਅਸੀਂ ਮੰਨਦੇ ਹਾਂ ਵੀ ਇਹ ਵੱਧ ਕੰਮ ਕਰਦਾ। ਇਹਦੇ ਵਾਸਤੇ ਅਸੀਂ ਜਿਹੜੀ ਉਹਦੀ ਮਾਤਰਾ ਘਟਾਉਣੀ ਆ, ਇਹ ਵੀ ਅਸੀਂ ਦੂਸਰੇ ਜ਼ਿੰਕ ਵਾਂਗੂ ਹੀ ਇਹਦਾ ਅਸੀਂ
ਕੱਦੂ ਕਰਨ ਵੇਲੇ ਛੱਟਾ ਦੇ ਸਕਦੇ ਹਾਂ। ਡਾਕਟਰ ਸਾਹਿਬ ਕਈ ਵਾਰੀ ਡੀਲਰ ਨਾ ਗੁੰਮਰਾਹ ਕਰਦੇ ਸਾਡੇ ਕਿਸਾਨ ਵੀਰਾਂ ਨੂੰ, ਇਹਦੇ 'ਚ ਸਲਫਰ ਵੀ ਆ, ਇਹਦੇ 'ਚ ਆ ਵੀ ਆ, ਇਹਦੇ 'ਚ ਫਲਾਨਾ ਵੀ ਆ, ਤਿਮਕਾ ਵੀ। ਸਲਫਰ ਤਾਂ ਇਹ 'ਚ ਹੈਗਾ ਹੀ ਆ, ਆਪਾਂ ਕਹੀਏ ਜ਼ਿੰਕ 'ਚ ਵੀ ਹੈਗਾ ਸਲਫਰ, ਤੇ ਉਹ ਫੈਰਸ ਸਲਫੇਟ ਦੇ ਵਿੱਚ ਵੀ ਸਲਫਰ ਆ। ਜਿਹੜਾ ਸਲਫੇਟ ਆ ਮੀਨਸ ਉਹ ਜਿਹੜਾ ਸਲਫਰ ਦੀ ਫਾਰਮ ਹੀ ਆ, ਉਹ ਤਾਂ ਘਾਟ ਪੂਰੀ ਹੋ ਜਾਣੀ ਆ। ਸੋ ਕਿਸਾਨ ਵੀਰਾਂ ਨੂੰ ਇਹ ਦੱਸੋ ਕੋਈ ਐਕਸਟਰਾ ਜ਼ਿੰਕ, ਕਈ ਵਾਰੀ ਉਹ ਜਿਪਸਮ ਪਾਉਣ ਦੀ ਕੋਸ਼ਿਸ਼ ਕਰਦੇ, ਉਹ ਤਾਂ ਨਹੀਂ ਪਾਉਣ ਦੀ ਲੋੜ ਫਿਰ? ਜਦੋਂ ਆਪਾਂ ਝੋਨਾ ਕੱਦੂ ਕਰਕੇ ਲਾ ਲਿਆ, ਜੇ ਅਸੀਂ ਉਹਦੇ ਵਿੱਚ ਜਿਪਸਮ ਪਾਉਂਦੇ ਆ ਤਾਂ ਜਿਹੜਾ ਜਿਪਸਮ ਆ ਉਹ ਬਿਲਕੁਲ ਕੰਮ ਨਹੀਂ ਕਰਦਾ, ਕਿਉਂਕਿ ਜਿਹੜੀ ਇਹਦੀ ਆਪਸੀ ਰਿਐਕਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਹੁੰਦੀ ਹੈ ਕੈਲਸ਼ੀਅਮ ਸਲਫੇਟ ਹੁੰਦਾ ਜਿਹੜਾ ਜਿਪਸਮ ਆ, ਉਹ ਜਦੋਂ ਦੂਜੇ ਤੱਤਾਂ ਨਾਲ ਰਿਐਕਸ਼ਨ ਕਰਦਾ, ਉਹ ਜਿਹੜੇ ਦੂਜੇ ਸਾਲਟ ਬਣਦੇ ਆ ਉਹ ਧਰਤੀ ਦੇ ਥੱਲੇ ਨਹੀਂ ਜਾਂਦੇ। ਇਸ ਕਰਕੇ ਜਦੋਂ ਅਸੀਂ ਕੱਦੂ ਕਰ ਲਿਆ ਉਦੋਂ ਜਿਪਸਮ ਨਹੀਂ ਪਾਉਣਾ ਚਾਹੀਦਾ। ਜੇ ਅਸੀਂ ਸਲਫਰ ਦੀ ਘਾਟ ਪੂਰੀ ਕਰਨ ਵਾਸਤੇ ਜਿਪਸਮ ਦੀ ਵਰਤੋਂ ਕਰਨੀ ਚਾਹੁੰਦੇ ਆ ਤਾਂ ਅਸੀਂ ਜਿਹੜਾ ਹੈਗਾ ਕੱਦੂ ਕਰਨ ਤੋਂ ਇਹਨੂੰ ਜਾਂ ਤਾਂ ਪਹਿਲਾਂ ਪਾਈਏ, ਜੇ ਅਸੀਂ ਦੂਜੀਆਂ ਫਸਲਾਂ 'ਚ ਪਾਉਣਾ ਉਹ ਅਸੀਂ ਕਦੇ ਵੀ ਪਾ ਸਕਦੇ ਹਾਂ। ਸਲਫਰ ਦੀ ਘਾਟ ਆ ਜਿਹੜੀ ਕੁਝ ਹੱਦ ਤੱਕ ਇਹਨਾਂ ਦੋਨਾਂ ਤੱਤਾਂ ਨਾਲ ਹੀ ਪੂਰੀ ਹੋ ਜਾਣੀ ਆ, ਜ਼ਿੰਕ ਸਲਫੇਟ ਤੇ ਲੋਹੇ ਦੀ ਜਿਹੜੀ ਅਸੀਂ ਘਾਟ ਪੂਰੀ ਕਰ, ਉਹ ਵੀ ਫੈਰਸ ਸਲਫੇਟ ਆ, ਇਹਨਾਂ ਦੋਨਾਂ ਦੇ ਵਿੱਚੋਂ ਪੂਰੀ ਹੋ ਜਾਣੀ। ਐਕਸਟਰਾ ਸਾਨੂੰ ਪਾਉਣ ਦੀ ਲੋੜ ਨਹੀਂ ਆ। ਜੇ ਅਸੀਂ ਜਿਪਸਮ ਦੀ ਘਾਟ ਸਾਨੂੰ ਮਹਿਸੂਸ ਹੁੰਦੀ ਹੈ ਤਾਂ ਆਪਾਂ ਕਣਕ ਵੇਲੇ ਪਾਉਣਾ। ਉਹ ਵੀ ਡਾਕਟਰ ਸਾਹਿਬ ਨੂੰ ਪੁੱਛਦੇ ਹਾਂ ਕਿ ਡਾਕਟਰ ਸਾਹਿਬ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਨੂੰ ਕਿਸਾਨ ਵੀਰਾਂ ਨੂੰ ਕੀ ਪਹਿਲਾਂ ਐਡਵਾਂਸ ਦੇ ਵਿੱਚ ਮਿੱਟੀ ਟੈਸਟ ਕਰਾ ਲੈਣੀ ਚਾਹੀਦੀ ਹੈ, ਕਿ ਉਹਨਾਂ ਦੇ ਖੇਤਾਂ ਦੇ ਵਿੱਚ ਜੇ ਇਹੋ ਜਿਹੀ ਕੋਈ ਘਾਟ ਮਹਿਸੂਸ ਹੁੰਦੀ ਹੈ ਤਾਂ ਉਹ ਅੱਗੇ ਵਾਸਤੇ ਉਹਦਾ ਇਲਾਜ ਕਰਨ? ਕਿਸਾਨ ਵੀਰੋ, ਜਿਵੇਂ ਅਸੀਂ ਆਪਣੀ ਸਿਹਤ ਦਾ ਧਿਆਨ ਰੱਖਦੇ ਹਾਂ, ਇਸੇ ਤਰ੍ਹਾਂ ਸਾਨੂੰ ਫਸਲਾਂ ਦਾ ਵੀ ਧਿਆਨ ਰੱਖਣਾ ਪੈਂਦਾ। ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਜਿੰਨੇ ਵੀ ਸਾਡੇ ਖੇਤ ਹੈਗੇ ਆ ਵੱਖੋ ਵੱਖਰੀ ਤਰ੍ਹਾਂ ਦੇ, ਕੋਈ ਸਾਡਾ ਇੱਕ ਪਾਸੇ ਆ, ਦੂਜੇ ਪਾਸੇ ਵੱਖਰੀ ਵੱਖਰੀ ਥਾਵਾਂ 'ਤੇ ਵੱਖਰਾ ਵੱਖਰਾ ਉਹਨਾਂ ਨੂੰ ਪਾਣੀ ਲੱਗਦਾ। ਸਾਨੂੰ ਹਰ ਖੇਤ ਦੀ ਸਿਹਤ ਦਾ ਪਤਾ ਹੋਣਾ ਚਾਹੀਦਾ ਵੀ ਇਹ ਰੇਤਲੀ ਆ, ਆਪਾਂ ਕਹਿ ਦਿੰਦੇ ਹਾਂ ਵੀ ਇਹ ਮਾੜੀ ਜ਼ਮੀਨ ਆ, ਇਹ ਦਰਮਿਆਨੀ ਆ, ਇਹ ਨਿਆਈ ਵਾਲੀ ਅਸੀਂ ਭਾਰੀ ਜ਼ਮੀਨ ਮੰਨਦੇ ਹਾਂ, ਕਿਉਂਕਿ ਉੱਥੇ ਜਿਹੜੀਆਂ ਰੂੜੀ ਖਾਦਾਂ ਵਗੈਰਾ ਪੈਂਦੀਆਂ ਰਹਿੰਦੀਆਂ। ਉਹ ਸਾਨੂੰ ਹਰ ਖੇਤ ਦੀ ਸਿਹਤ ਬਾਰੇ ਪਤਾ ਹੋਣਾ ਚਾਹੀਦਾ ਤੇ ਉਹਦੇ ਵਿੱਚ ਅਸੀਂ ਕੀ ਪਾਉਂਦੇ ਹਾਂ ਤੇ ਕੀ ਕੱਢਦੇ ਹਾਂ। ਕੱਢਣ ਤੋਂ ਮੇਰਾ ਭਾਵ ਇਹ ਆ ਕਿ ਅਸੀਂ ਕਿਹੜੀਆਂ ਫਸਲਾਂ ਲੈ ਰਹੇ ਹਾਂ। ਜਿਹੜੀ ਫਸਲਾਂ ਦੀ ਚੋਣ ਆ ਉਹ ਅਸੀਂ ਜ਼ਮੀਨ ਦੀ ਸਿਹਤ ਦੇ ਹਿਸਾਬ ਨਾਲ, ਉਹਦੀ ਬਣਤਰ ਦੇ ਹਿਸਾਬ ਨਾਲ ਲੈਣੀ ਹੁੰਦੀ ਆ। ਇਹੀ ਕਾਰਨ ਆ ਕਿ ਜਿਹੜੇ ਛੋਟੇ ਤੱਤਾਂ ਦੀ ਘਾਟ ਆਉਣ ਲੱਗ ਗਈ ਆ, ਕਿਉਂਕਿ ਅਸੀਂ ਜਿਹੜੀਆਂ ਜ਼ਮੀਨਾਂ ਝੋਨੇ ਦੇ ਕਾਬਲ ਨਹੀਂ ਸੀ ਉੱਥੇ ਅਸੀਂ ਝੋਨਾ ਬੀਜਣਾ ਸ਼ੁਰੂ ਕਰ ਦਿੱਤਾ। ਜਿੱਥੇ ਅਸੀਂ ਮੂੰਗਫਲੀ ਬੀਜਦੇ ਸੀ ਉੱਥੇ ਅਸੀਂ ਝੋਨਾ ਬੀਜਣਾ ਸ਼ੁਰੂ ਕਰ ਦਿੱਤਾ। ਇਹੀ ਕਾਰਨ ਆ ਕਿ ਜਿਹੜੇ ਛੋਟੇ ਤੱਤਾਂ ਦੀ ਘਾਟ ਆ ਰਹੀ ਹੈ। ਪੰਜਾਬ ਦੇ ਵਿੱਚ ਇਸ ਵਾਰ ਨਾ ਝੋਨੇ ਦੀ ਸਿੱਧੀ ਬਿਜਾਈ ਬੜੀ ਹੋਈ ਆ, ਜਿਹਨੂੰ ਆਪਾਂ ਕਹਿੰਦੇ ਬੀਜ ਹੀ ਸਿੱਧਾ ਜ਼ਮੀਨ 'ਚ ਘੇਰਿਆ ਮਸ਼ੀਨ ਦੇ ਨਾਲ, ਤੇ ਉਹਦੇ ਵਿੱਚ ਵੀ ਸਾਨੂੰ ਬੜੀ ਸਮੱਸਿਆ ਆਈ ਹੈ। ਬਹੁਤੇ ਕਿਸਾਨ ਵੀਰਾਂ ਨੇ ਤਾਂ ਇਹ ਸੋਚਿਆ ਸੀ ਕਿ ਲੇਬਰ ਸ਼ਾਇਦ ਨਾ ਆਵੇ ਤੇ ਸਿੱਧੀ ਬਿਜਾਈ ਆਪਾਂ ਕਰ ਲਓ, ਜੇ ਲੇਬਰ ਆ ਗਈ ਤੈਨੂੰ ਪੱਟ ਦਿਆਂਗੇ। ਪੱਟਿਆ ਵੀ ਆ ਕਿਸਾਨ ਵੀਰਾਂ ਨੇ, ਪੱਟ ਕੇ ਉੱਥੇ ਕੱਦੂ ਵੀ ਕੀਤਾ। ਕੀ ਸਿੱਧੀ ਬਿਜਾਈ ਦੇ ਵਿੱਚ ਵੀ ਕੋਈ ਇਹੋ ਜਿਹੇ ਤੱਤਾਂ ਦੀ ਘਾਟ ਮਹਿਸੂਸ ਹੁੰਦੀ ਆ? ਆਪਾਂ ਇਹ ਵੀ ਸਾਡੇ ਕਿਸਾਨ ਵੀਰਾਂ ਨੂੰ ਦੱਸੀਏ। ਕਿਸਾਨ ਵੀਰੋ, ਇਹ ਸਿਰਫ ਜਿਹੜਾ ਬਿਜਾਈ ਦਾ ਤਰੀਕਾ ਉਹੀ ਵੱਖਰਾ, ਬਾਕੀ ਜਿਹੜੇ ਤੱਤ ਅਸੀਂ ਦੂਸਰੇ ਕੱਦੂ ਕੀਤੇ ਝੋਨੇ ਵਿੱਚ ਪਾਉਂਦੇ ਆ ਉਹਨਾਂ ਤੱਤਾਂ ਦੀ ਘਾਟ ਹੀ ਇਹਨਾਂ ਵਿੱਚ ਆਉਂਦੀ ਆ। ਜੇ ਜ਼ਮੀਨ ਹਲਕੀ ਆ, ਜ਼ਿੰਕ ਜਾਂ ਆਇਰਨ ਦੀ ਘਾਟ ਆਉਂਦੀ ਆ, ਕੋਈ ਵੱਖਰੀ ਇਹਨਾਂ 'ਚ ਘਾਟ ਨਹੀਂ ਆਉਂਦੀ, ਕਿਉਂਕਿ ਸਿਰਫ ਜਿਹੜਾ ਬਿਜਾਈ ਦਾ ਸਮਾਂ ਉਹ ਤੋਂ ਥੋੜ੍ਹਾ ਚਿਰ ਬਾਅਦ ਜਦੋਂ ਅਸੀਂ, ਕਿਉਂਕਿ ਪਾਣੀ ਘੱਟ ਲਾਉਂਦੇ ਹਾਂ ਤੇ ਆਇਰਨ ਦੀ ਜਿਹੜੀ ਘਾਟ ਸਾਨੂੰ ਸ਼ੋ ਹੁੰਦੀ ਆ। ਬਾਕੀ ਤੱਤ ਜਿਹੜੇ ਸਾਰੇ ਇਹਨਾਂ ਨੂੰ ਉਸੇ ਤਰ੍ਹਾਂ ਪੈਣੇ ਆ ਜਿਸ ਤਰ੍ਹਾਂ ਆਪਾਂ ਦੂਜੇ ਝੋਨੇ ਵਿੱਚ ਪਾਉਂਦੇ ਹਾਂ। ਜੇ ਕਿਸੇ ਨੇ ਪਹਿਲਾਂ ਕੱਦੂ ਕਰਨ ਵੇਲੇ ਜ਼ਿੰਕ ਨਹੀਂ ਪਾਇਆ ਜਾਂ ਹੁਣ ਉਹਨੂੰ ਲੋਹੇ ਦੀ ਘਾਟ ਮਹਿਸੂਸ ਹੁੰਦੀ ਹੈ ਤਾਂ ਕੀ ਉਹ ਇਹਨਾਂ ਦੋਵਾਂ ਦੇ ਮਿਸ਼ਰਣ ਦਾ ਛਿੜਕਾਅ ਕਰ ਸਕਦੇ ਆ? ਡਾਕਟਰ ਸਾਹਿਬ ਬਿਲਕੁਲ ਨਹੀਂ, ਕਿਉਂਕਿ ਜਿਹੜਾ ਅਸੀਂ ਪਹਿਲਾਂ ਵੀ ਦੱਸਿਆ ਵੀ ਜਿਹੜਾ ਆਇਰਨ ਦਾ ਤੱਤ ਆ ਉਹਦਾ ਸਿਰਫ ਅਸੀਂ ਛਿੜਕਾਅ ਕਰਨਾ, ਤੇ ਜਿਹੜਾ ਜ਼ਿੰਕ ਆ ਅਸੀਂ ਉਹਨੂੰ ਜਿਹੜਾ ਹੈਗਾ ਛੱਟੇ ਰਾਹੀਂ ਪਾ ਸਕਦੇ ਹਾਂ, ਬਿਜਾਈ ਵੇਲੇ ਪਾ ਸਕਦੇ ਹਾਂ, ਬਿਜਾਈ ਤੋਂ ਬਾਅਦ ਵੀ ਪਾ ਸਕਦੇ ਹਾਂ। ਜੇ ਇਸ ਸਟੇਜ ਤੇ ਘਾਟ ਆਉਂਦੀ ਹੈ ਇਸ ਸਟੇਜ ਤੇ ਵੀ ਪਾ ਸਕਦੇ ਹਾਂ। ਇਹਨਾਂ ਨੂੰ ਦੋਨਾਂ ਨੂੰ ਮਿਲਾ ਕੇ ਜਿਹੜਾ ਛਿੜਕਾਅ ਕਰਨਾ ਉਹ ਬਿਲਕੁਲ ਵਾਜਬ ਨਹੀਂ। ਕਿਸਾਨ ਵੀਰੋ ਦੇਖੋ, ਆਪਾਂ ਜਿਹੜੀਆਂ PAU ਦੀਆਂ ਸਿਫਾਰਿਸ਼ਾਂ ਨੇ ਉਹਨਾਂ ਦੇ ਉੱਤੇ ਚੱਲ ਕੇ ਹੀ ਜੇ ਆਪਾਂ ਫਸਲ ਲਵਾਂਗੇ ਤਾਂ ਮੈਨੂੰ ਲੱਗਦਾ ਵੀ ਸਾਡੇ ਝੋਨੇ ਦਾ ਝਾੜ ਜਿਹੜਾ ਬਹੁਤ ਵਧੀਆ ਹੋਊਗਾ। ਆਉਣ ਵਾਲੇ ਸਮੇਂ ਦੇ ਵਿੱਚ ਡਾਕਟਰ ਸਾਹਿਬ ਝੋਨੇ ਦੀ ਫਸਲ ਦੇ ਉੱਤੇ ਥੋੜ੍ਹਾ ਜਿਹਾ ਕੋਈ ਸਾਡੇ ਕਿਸਾਨ ਵੀਰਾਂ ਨੂੰ ਗਿਆਨ ਦਿਓ ਕਿ ਕੀ ਉਹ ਇਹ ਵਧੀਆ ਝਾੜ ਲੈਣ ਲਈ ਕੀ ਕਰਨਾ। ਕਿਸਾਨ ਵੀਰੋ, ਕਈ ਵਾਰ ਅਸੀਂ ਦੇਖਾ ਦੇਖੀ ਜਿਹੜੀਆਂ ਦਵਾਈਆਂ ਜਾਂ ਖਾਦਾਂ ਦੀ ਅਸੀਂ ਵਰਤੋਂ ਕਰ ਲੈਂਦੇ ਹਾਂ। ਮੁੱਖ ਤੌਰ ਤੇ ਜਿਹੜਾ ਤੱਤ ਆ ਅਸੀਂ DAP ਵੀ ਪਹਿਲਾਂ ਪਾਉਣਾ ਹੁੰਦਾ ਜੇ ਕਿਤੇ ਸਾਨੂੰ ਸਿਫਾਰਿਸ਼ ਆਉਂਦੀ ਹੈ ਬਾਹਲੀਆਂ ਰੇਤਲੀਆਂ ਜ਼ਮੀਨਾਂ ਵਿੱਚ, ਵਰਨਾ ਅਸੀਂ ਜਿਹੜੀ DAP ਦੀ ਸਿਫਾਰਿਸ਼ ਨਹੀਂ ਕਰਦੇ, ਕਿਉਂਕਿ ਆਲਰੇਡੀ ਅਸੀਂ ਕਣਕ ਨੂੰ ਪਾਇਆ ਹੁੰਦਾ, ਉਸ ਟਾਈਮ ਮੌਸਮ ਠੰਡਾ ਹੁੰਦਾ, ਸਾਰਾ ਵਰਤੋਂ 'ਚ ਨਹੀਂ ਆਉਂਦਾ, ਉਹ ਗਾਂ ਗਰਮੀ ਵਿੱਚ ਵਰਤੋਂ ਆਉਣਾ ਹੁੰਦਾ ਹੈ। ਬਾਕੀ ਗੱਲ ਯੂਰੀਆ ਦੀ ਰਹਿ ਗਈ। ਕਈ ਕਿਸਾਨ ਵੀਰ ਜਦੋਂ ਝੋਨਾ ਨਸਾਰੇ 'ਤੇ ਚੱਲ ਜਾਂਦਾ ਉਦੋਂ ਵੀ ਉਹ ਜਿਹੜੀ ਯੂਰੀਆ ਪਾਉਂਦੇ ਰਹਿੰਦੇ ਆ, ਉਹਦੇ ਨਾਲ ਕਈ ਸਾਰੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਜਿਵੇਂ ਫੰਗਸ ਰੋਗ ਆ ਜਾਂ ਹੋਰ ਤਰ੍ਹਾਂ ਦੇ ਕੀੜੇ ਮਕੌੜੇ ਆ ਉਹ ਆ ਜਾਂਦੇ ਆ। ਜਿਹੜੀ ਯੂਰੀਆ ਦੀ ਵਰਤੋਂ ਆ ਉਹ ਵੀ ਅਸੀਂ ਜਿਹੜੀ ਹੈਗੀ ਆ 55 ਦਿਨ ਦੇ ਅੰਦਰ ਅੰਦਰ ਹੀ ਕਰੀਏ ਤਾਂ ਉਹ ਫਸਲ ਵਾਸਤੇ ਜ਼ਿਆਦਾ ਬਿਹਤਰ ਹੁੰਦੀ ਹੈ। 55 ਦਿਨ ਦੇ ਵਿੱਚ ਯੂਰੀਏ ਦੀ ਪੂਰਤੀ ਕਰਨੀ ਆ ਦੋਸਤੋ, ਉਹ ਵੀ 2 ਬੋਰੇ ਸਿਰਫ
4 ਬੋਰੇ ਨਹੀਂ ਪਾਉਣੇ ਆਪਾਂ ਕਦੇ ਵੀ, ਕਿਉਂਕਿ 4 ਬੋਰਿਆਂ ਨਾਲ ਕੀੜੇ ਮਕੌੜੇ ਵੱਧ ਆਉਣੇ ਆ। ਇੱਥੇ ਡਾਕਟਰ ਸਾਹਿਬ ਤੋਂ ਹੀ ਪੁੱਛਦੇ ਹਾਂ ਆਪਾਂ, ਵੱਧ ਯੂਰੀਆ ਪਾਉਣ ਦੇ ਨੁਕਸਾਨ ਕੀ ਨੇ ਡਾਕਟਰ ਸਾਹਿਬ, ਦੱਸੋ ਸਾਡੇ ਕਿਸਾਨ ਵੀਰਾਂ ਨੂੰ। ਕਿਸਾਨ ਵੀਰੋ, ਇੱਕ ਤਾਂ ਸਾਡਾ ਇਕਨੋਮਿਕਲ ਜਿਹੜਾ ਉਹ ਨੁਕਸਾਨ ਹੋ ਰਿਹਾ, ਦੂਜੇ ਨੰਬਰ ਤੇ ਅਸੀਂ ਜਦੋਂ ਮਾਤਰਾ ਵੱਧ ਤੋਂ ਵੱਧ ਪਾਉਂਦੇ ਆ, ਜਿਹੜਾ ਸਾਡੀ ਸ਼ਾਰਟੇਜ ਆ ਜਾਂਦੀ ਆ ਵੀ ਜਿਹੜਾ ਯੂਰੀਏ ਦੀ ਹਫੜਾ ਦਫੜੀ ਮੱਚ ਜਾਂਦੀ ਆ। ਇਸ ਸਮੇਂ ਵੀ ਜਿਹੜਾ ਕਾਫੀ ਕਿਸਾਨ ਕਹਿ ਰਿਹਾ ਸਾਨੂੰ ਯੂਰੀਆ ਨਹੀਂ ਮਿਲ ਰਿਹਾ। ਜੇ ਅਸੀਂ ਉਹਨੂੰ ਸਹੀ ਤਰੀਕੇ ਨਾਲ ਪਾਈਏ, ਸਹੀ ਢੰਗ ਨਾਲ ਪਾਈਏ, ਜਾਂ ਉਹਦੀ ਮਾਤਰਾ ਜਿਹੜੀ ਸਹੀ ਪਾਈਏ, ਤਾਂ ਜਿਹੜੀ ਹੈਗੀ ਆ ਅਸੀਂ ਫਸਲ ਵੀ ਵਧੀਆ ਲੈ ਸਕਦੇ ਹਾਂ। ਇਹਦੇ ਵਾਸਤੇ ਅਸੀਂ ਜਿਹੜਾ ਯੂਰੀਆ ਉਹ 2 ਬੋਰੀਆਂ ਤੋਂ ਅਸੀਂ ਵੱਧ ਨਹੀਂ ਪਾਉਣਾ, ਕਿਉਂਕਿ ਹੁਣ ਨੀਮ ਕੋਟਡ ਯੂਰੀਆ ਆ ਰਿਹਾ ਜਿਹਦੀ ਸੋਲੂਬਿਲਿਟੀ ਘੱਟ ਆ ਤੇ ਹੌਲੀ ਹੌਲੀ ਉਹ ਫਸਲ ਨੂੰ ਲੱਗਦਾ ਹੈਗਾ ਨੀਮ ਕੋਟਡ ਯੂਰੀਆ। ਇਹਦਾ ਅਸੀਂ ਜਿਹੜੀ ਹੈਗੀ ਆ 90 ਵੱਧ ਤੋਂ ਵੱਧ 1 ਕੁਇੰਟਲ, ਇਸ ਤੋਂ ਅਸੀਂ ਇਹਦੀ ਮਾਤਰਾ ਨਹੀਂ ਵਧਾਉਣੀ ਹੈਗੀ। ਇਹਨਾਂ ਦਿਨਾਂ ਦੇ ਵਿੱਚ ਝੋਨੇ ਪ੍ਰਤੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਦੀਆਂ ਪੰਜਾਬ ਦੇ ਵਿੱਚ ਕੀ ਗਤੀਵਿਧੀਆਂ ਇਸ ਵੇਲੇ ਚੱਲ ਰਹੀਆਂ, ਤਾਂ ਕਿ ਆਪਾਂ, ਕਿਉਂਕਿ ਸਿੱਧੀ ਬਿਜਾਈ ਬਹੁਤ ਜ਼ਿਆਦਾ ਇਸ ਵੇਲੇ ਖੇਤਾਂ ਦੇ ਵਿੱਚ ਹੈਗੀ ਆ, ਉਹਨੂੰ ਕਾਮਯਾਬ ਕਰਨ ਲਈ ਵਿਭਾਗ ਇਸ ਵੇਲੇ ਕੀ ਕਰ ਰਿਹਾ? ਖੇਤੀਬਾੜੀ ਵਿਭਾਗ ਦੇ ਸਾਰੇ ਅਧਿਕਾਰੀ ਰੋਜ਼ਾਨਾ ਫੀਲਡ ਵਿੱਚ ਜਾ ਕੇ ਵਿਜ਼ਿਟ ਕਰਦੇ ਆ। ਫਸਲ ਦੀ ਹਾਲਤ ਦੇਖੀ ਜਾਂਦੀ ਹੈ ਕਿ ਉਹਨਾਂ ਨੂੰ ਕੋਈ ਕੀੜਾ ਮਕੌੜਾ, ਜਾਂ ਜੇਕਰ ਕੋਈ ਕਿਸਾਨ ਖਾਦਾਂ ਦੀ ਵੱਧ ਵਰਤੋਂ ਕਰ ਰਿਹਾ, ਬਿਨਾਂ ਵਜ੍ਹਾ ਤੋਂ ਕੋਈ ਕੀਟਨਾਸ਼ਕ ਛਿੜਕ ਰਿਹਾ, ਉਹਨਾਂ ਨੂੰ ਅਸੀਂ ਰੋਕ ਰਹੇ ਹਾਂ ਤੇ ਉਹਨਾਂ ਨੂੰ ਅਸੀਂ ਸੁਝਾਅ ਦੇ ਰਹੇ ਹਾਂ। ਉਹਨਾਂ ਨੂੰ ਅਸੀਂ ਜਿਹੜਾ ਤਕਨੀਕੀ ਗਿਆਨ ਆ ਉਹ ਅਸੀਂ ਖੇਤ ਵਿੱਚ ਜਾ ਕੇ ਦੇ ਰਹੇ ਹਾਂ। ਸੋ ਵਿਭਾਗ ਦੇ ਹਮੇਸ਼ਾ ਇਹੀ ਰਹਿੰਦੀ ਹੈ ਮਨਸ਼ਾ ਕਿ ਕਿਸਾਨ ਵੀਰਾਂ ਦੀ ਸੇਵਾ, ਮਹਿਕਮੇ ਦਾ ਇਹ ਮੋਟੋ ਹੀ ਇਹ ਆ ਕਿ ਕਿਸਾਨ ਵੀਰਾਂ ਦੀ ਸੇਵਾ ਕਰਨੀ। ਸੋ ਵੱਖ-ਵੱਖ ਤਰ੍ਹਾਂ ਦੇ ਨਾਲ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਜਾ ਕੇ ਵਿਭਾਗ ਦੇ ਅਧਿਕਾਰੀ ਤੁਹਾਨੂੰ ਜਾਗਰੂਕ ਕਰ ਰਹੇ ਆ ਇਸ ਵੇਲੇ ਕਿ ਆਪਾਂ ਝੋਨੇ ਦੀ ਫਸਲ ਦੇ ਉੱਤੋਂ ਝਾੜ ਕਿਵੇਂ ਵਧੇਰੇ ਲੈਣਾ ਆ, ਕਿਵੇਂ ਇਹਨਾਂ ਤੱਤਾਂ ਦੀ, ਲਘੂ ਤੱਤਾਂ ਦੀ, ਵੱਡੇ ਤੱਤਾਂ ਦੀ ਪੂਰਤੀ ਕਰਨੀ ਆ। ਸੋ ਕਿਸਾਨ ਵੀਰੋ, ਤਕਨੀਕੀ ਗਿਆਨ ਲੈ ਕੇ ਜੇ ਅਸੀਂ ਖੇਤੀ ਕਰੀਏ ਤਾਂ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਝੋਨੇ ਦੀ ਫਸਲ ਆ ਜਿਹੜੀ ਬਹੁਤ ਹੀ ਵਧੀਆ ਹੋਊਗੀ ਤੇ ਬਹੁਤ ਹੀ ਵਧੀਆ ਦਾ ਝਾੜ ਹੋਊਗਾ, ਸਾਡਾ ਜੀਵਨ ਵੀ ਖੁਸ਼ਹਾਲ ਹੋਊਗਾ। ਡਾਕਟਰ ਸਾਹਿਬ, ਜਾਂਦੇ ਜਾਂਦੇ ਸਾਡੇ ਕਿਸਾਨ ਵੀਰਾਂ ਨੂੰ ਕੋਈ ਸੁਨੇਹਾ ਜ਼ਰੂਰ ਦਿਓ। ਕਿਸਾਨ ਵੀਰਾਂ ਨੂੰ ਮੇਰਾ ਸੁਝਾਅ ਕਿ ਜਿਹੜੀ ਜ਼ਮੀਨ ਆ, ਸਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਵੀ ਸਾਡੀ ਵੱਖ-ਵੱਖ ਤਰ੍ਹਾਂ ਦੀ ਜ਼ਮੀਨ ਆ, ਉਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਉਹਦੇ ਵਾਸਤੇ ਜੇ ਸਾਨੂੰ ਦੇਖਣ ਤੇ ਨਹੀਂ ਪਤਾ ਲੱਗਦਾ, ਸਾਨੂੰ ਉਹਦਾ ਮਿੱਟੀ ਟੈਸਟ ਕਰਾ ਲੈਣੀ ਚਾਹੀਦੀ ਆ। ਘੱਟੋ ਘੱਟ 3-4 ਸਾਲ ਬਾਅਦ ਮਿੱਟੀ ਜਦੋਂ ਅਸੀਂ ਟੈਸਟ ਕਰਾਉਂਦੇ ਆ, ਉਹਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਜ਼ਮੀਨ ਵਿੱਚ ਕਿਹੜੇ ਤੱਤਾਂ ਦੀ ਘਾਟ ਆਉਣ ਦਾ ਖਦਸ਼ਾ। ਸੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਸੁਨੇਹਾ ਕਿਸਾਨ ਵੀਰੋ ਤੁਹਾਨੂੰ ਦਿੱਤਾ ਹੈ ਕਿ ਸਾਨੂੰ ਘੱਟੋ ਘੱਟ 1 ਸਾਲ ਬਾਅਦ ਜਾਂ 2 ਸਾਲ ਬਾਅਦ ਆਪਣੇ ਖੇਤਾਂ ਦੀ ਮਿੱਟੀ ਜ਼ਰੂਰ ਟੈਸਟ ਕਰਾ ਲੈਣੀ ਚਾਹੀਦੀ ਹੈ। ਸਾਨੂੰ ਪਤਾ ਲੱਗੇ ਕਿ ਸਾਡੀ ਜ਼ਮੀਨ ਦੇ ਵਿੱਚੋਂ ਅਸੀਂ ਕੀ ਕੱਢ ਲਿਆ ਤੇ ਕੀ ਉਹਦੇ ਵਿੱਚ ਬਕਾਇਆ ਰਹਿ ਗਿਆ ਤੱਤਾਂ ਦੇ ਰੂਪ ਦੇ ਵਿੱਚ। ਸੋ ਜੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਚਾਹੁੰਦੇ ਹਾਂ ਕਿ ਸਾਡੀ ਜ਼ਮੀਨ ਲੰਬਾ ਸਮਾਂ ਸਾਨੂੰ ਕੁਝ ਨਾ ਕੁਝ ਦੇਵੇ, ਤਾਂ ਆਪਾਂ ਨੂੰ ਜ਼ਰੂਰੀ ਹੈ ਕਿ ਆਪਾਂ ਹਰ ਸਾਲ ਖੇਤ ਦੇ ਵਿੱਚੋਂ ਮਿੱਟੀ ਦੀ ਟੈਸਟ ਅਤੇ ਪਾਣੀ ਦਾ ਟੈਸਟ ਜ਼ਰੂਰ ਕਰਵਾਈਏ ਤੇ ਆਪਣੀ ਮਿੱਟੀ ਹੈ ਜਿਹੜੀ ਇਹਨੂੰ ਹਮੇਸ਼ਾ ਲਈ ਬਰਕਰਾਰ ਰੱਖੀਏ ਝਾੜ ਵਧੀਆ ਦੇਣ ਦੇ ਲਈ। ਸੋ ਡਾਕਟਰ ਦਿਲਬਾਗ ਸਿੰਘ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਝੋਨੇ ਦੀ ਫਸਲ ਦੇ ਵਿੱਚ ਲਘੂ ਤੱਤਾਂ ਦੀ ਪੂਰਤੀ ਕਿਵੇਂ ਕਰਨੀ ਆ। ਸੋ ਤੁਹਾਡਾ ਇੰਨੀ ਜਾਣਕਾਰੀ ਦੇਣ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ। भारत एक कृषि प्रधान देश है। भारतीय अर्थव्यवस्था में कृषि एक मुख्य स्तंभ की तरह है और हमारे किसान अन्नदाता। लेकिन कभी कभी प्रकृति के सख्त तेवर के कारण हमारे किसानों को उचित कृषि उत्पाद हासिल नहीं हो पाता। ऐसी स्थिति में उन्हें सुरक्षित रखने के लिए प्रधानमंत्री फसल बीमा योजना प्रदान की गई है। प्रधानमंत्री फसल बीमा योजना को किसानों तक पहुंचाना और उन्हें लाभान्वित करने का काम बैंक और राज्य स्तरीय बैंकर समितियां यानी SLBC की हैं। इनमें सार्वजनिक और निजी वाणिज्यिक बैंक के अलावा क्षेत्रीय, ग्रामीण, सहकारी बैंक के साथ साथ कई प्राथमिक कृषि सहकारी ऋण समितियों को भी शामिल किया गया है। इस योजना का लाभ उठाने के लिए किसानों का नामांकन जरूरी है। इस समय 540 बैंक की 1.5 लाख शाखाओं के द्वारा किसानों का नामांकन किया जा रहा है। प्रधानमंत्री फसल बीमा योजना एक कारगर उपाय है। ये हमारे लिए सुरक्षा कवच की तरह है। फसल अगर बर्बाद भी हुई तो भी हमें मुआवजा मिल जाता है। जमीनी स्तर पर की गई समीक्षा और अध्ययन के आधार पर कृषि मंत्रालय भारत सरकार की योजना प्रधानमंत्री फसल बीमा योजना में कई बदलाव किए गए हैं। इस बदलाव के कारण किसानों की समस्याओं का निदान कर उन्हें और सशक्त बनाया जा सकेगा। इसके अलावा SLBC और बैंकों के कार्यों और भूमिकाओं को और अधिक विस्तृत किया गया है।
इसके अंतर्गत प्रधानमंत्री फसल बीमा योजना में किसानों का नामांकन अब उनकी इच्छा पर निर्भर है। वो नामांकन के लिए स्वतंत्र हैं। योजना के बेहतर कार्यान्वयन के लिए बैंकों के कार्यों में किसान अकाउंट के दावे का निपटान, ऋणी किसानों का प्रीमियम काटना और गैर ऋणी किसानों से प्रीमियम जमा करवाकर बीमा कंपनी को भेजना, राष्ट्रीय फसल बीमा पोर्टल पर किसानों के विवरण की अपलोडिंग, फसल हानि की समीक्षा को सुनिश्चित करना और किसानों की फसल हानि की सूचना बीमा कंपनी तक पहुंचाने का काम भी बैंकों के द्वारा ही किया जाएगा। इसी प्रकार योजना को क्रियान्वित करने वाले बैंक योजना से संबंधित विशेष जागरूकता अभियान को समय समय पर ऋणी और गैर ऋणी किसानों के लिए आयोजित करेंगे। ऋणी किसानों को योजना में भाग लेने के लिए उन्हें कॉल या SMS के द्वारा भी संपर्क और सूचित किया जाएगा। नामांकन की सुविधा के लिए जन धन खाता या बचत खाते का होना जरूरी है। गैर ऋणी किसानों का बैंक में खाता मौजूद नहीं है तो पहले उनका बचत खाता खोलकर सभी सुविधाएं दी जाएंगी। बैंक की शाखाओं को घोषणा पत्र की हार्ड और सॉफ्ट कॉपी को भविष्य में पत्राचार के लिए संभाल कर रखना होगा और उसकी एक कॉपी या एक्नॉलेजमेंट किसान के हवाले किया जाएगा। नामांकन के लिए कट ऑफ डेट से 2 दिन पहले तक बीमा के लिए फसल का नाम बदलने का प्रावधान होगा। बैंक की शाखाएं नेशनल क्रॉप इंश्योरेंस पोर्टल पर सभी विवरण भी दर्ज करेंगी। सभी किसानों और विशेष ऋणी किसानों के आधार नंबर को जांचकर बैंक द्वारा अपडेट किया जाएगा। राज्य और जिला अधिकारी संबंधित एजेंसी और बीमा कंपनी के समक्ष किसानों को शिकायतों की सुविधा प्रदान करने का काम भी बैंकों के द्वारा किया जाएगा। SLBC बैंकों के लिए स्थापित एक शीर्ष संस्था है। यह संस्था राज्य सरकार और भारत सरकार के साथ समन्वय स्थापित कर सदस्य बैंकों के द्वारा प्रधानमंत्री फसल बीमा योजना को क्रियान्वित कर भारत के किसानों को सशक्त करने का काम कर रही है और उसका सीधा लाभ हमारे देश के किसानों तक पहुंचाया जा रहा है। सशक्त किसान, देश की शान।